ਦੂਜੀ ਗੱਲ ਇਹ ਵੀ ਮਿਸਟਰ ਪਤਲੂ ਦੇ ਸ਼ੋਅ ਤੇ ਬਿਲਕੁਲ ਗਏ ਸਾਂ, ਭਾਈ ਸਾਡਾ ਇਨਵਾਈਟ ਕੀਤਾ ਸੀ ਉਹਨਾਂ ਨੇ ਸਾਨੂੰ, ਅਸੀਂ ਗਏ ਆ। ਔਰ ਇੱਕ ਚੀਜ਼ ਜਿਹੜੀ ਮੈਂ ਨੋਟ ਕੀਤੀ ਹੈ ਨਾ ਉਹਦੇ ਪ੍ਰੋਗਰਾਮ ਦੇ ਵਿੱਚ, ਉਹਦੇ ਵਿੱਚ ਸਭ ਤੋਂ ਪਹਿਲੇ ਤੇ ਗੱਲ ਤੁਹਾਨੂੰ ਕੁਐਸਚਨ ਕੀਤਾ ਵਿਊਜ਼ ਦਾ ਬਾਰੇ ਦੇ ਵਿੱਚ ਨਾ। ਅੱਛਾ, ਇਹ ਮਸਲਾ ਇਹ ਵੀ ਕਿ ਵਿਊਜ਼ ਦੀ ਗੱਲ ਜਿਹੜੀ ਹੈ ਨਾ, ਇਹ ਜਿਹੜੇ ਨਾਂ ਲੈ ਰਹੇ ਹੁੰਦੇ ਨੇ ਨਾ, ਤੁਸੀਂ ਅਗਰ ਉਹਨਾਂ ਦੇ ਵਿਊਜ਼ ਵੇਖੋ ਨਾ ਤੇ 50-50 100 ਵਿਊਜ਼ ਹੁੰਦਾ ਪਿਛਲੀਆਂ ਵੀਡੀਓ ਤੇ ਜਦੋਂ ਵਿੱਕੀ ਚੀਮਾ ਦਾ ਨਾਂ ਲੈ ਕੇ ਅਗਲੇ ਵੀਡੀਓ ਬਣਾਉਣੇ ਸ਼ੁਰੂ ਕਰਦੇ ਨੇ ਉਹਦੇ ਚ 2-2 4-4 ਲੱਖ ਵਿਊਜ਼ ਆਏ ਨਾ। ਤੇ ਅੱਗੇ ਅਸੀਂ ਜਦੋਂ ਆਏ ਆ ਨਾ ਚੀਮਾ ਸਾਹਿਬ ਤੇ ਹਾਂ ਵੇਖਿਆ ਕਿ ਯਾਰ ਇਹ ਫੈਨ ਫੋਲੋਇੰਗ ਏ ਧੀਆਂ ਸਾਰੇ ਹੀ ਮਤਲਬ ਹੋਰ ਵੀ ਬੰਦੇ ਨੇ ਤੇ ਵਿੱਚੋਂ ਮੰਗਣ ਵਾਲੇ ਬਹੁਤੇ ਸਨ। ਅੱਛਾ ਅਸਲਾਮ ਜੀ ਦੋਸਤੋ, ਮੇਰਾ ਨਾਮ ਹੈ ਯੂਨਸ ਗੁੱਜਰ ਤੇ ਤੁਸੀਂ ਵੇਖਦੇ ਪਏ YG TV। ਅੱਜ ਮੇਰੇ ਨਾਲ ਜਿਹੜੀ ਸ਼ਖਸੀਅਤ ਮੌਜੂਦ ਹੈ ਮੈਨੂੰ ਦੱਸਣ ਦੀ ਲੋੜ ਕੋਈ ਨਹੀਂ ਹੈ, ਸਾਰੀ ਦੁਨੀਆ ਜਾਣਦੀ ਹੈ। ਵਿੱਕੀ ਚੀਮਾ ਸਾਹਿਬ ਸਾਡੇ ਨਾਲ ਮੌਜੂਦ ਨੇ। ਜਨਾਬ ਆਪਣੇ ਪਿੰਡ ਦਾ ਕੰਮ ਕੀਤਾ ਇਹਨਾਂ ਨੇ ਤੇ ਪੂਰਾ ਹੀ ਪੰਜਾਬ ਦਾ ਨਿਜ਼ਾਮ ਹਿਸਾਬ ਨਾਲ ਸਿਰਫ ਇੱਕ ਮਿੱਤਰਾਂ ਵਾਲੀ ਦੇ ਵਿੱਚੋਂ ਆਵਾਜ਼ ਉੱਠੀ ਹੈ ਤੇ ਚੇਂਜ ਹੋ ਗਿਆ। ਸਿਰਫ ਮਿੱਤਰਾਂ ਵਾਲੀ ਨਹੀਂ, ਹਰ ਜਗ੍ਹਾ ਦੀ ਸੁਣੀ ਗਈ ਹੈ। ਕੰਟਰੋਵਰਸੀ ਇੱਕ ਚਲਦੀ ਸੀ ਵੀ ਬੜੀ ਚੀਮਾ ਸਾਹਿਬ, ਉਹਦੇ ਹਵਾਲੇ ਨਾਲ ਤੁਹਾਡੇ ਨਾਲ ਗੱਲ ਕਰਾਂਗੇ। ਮਕਾਨ ਢਹਿ ਗਏ, ਇਹ ਹੋ ਗਿਆ ਉਹ ਹੋ ਗਿਆ, ਉਹ ਤੇ ਸਾਨੂੰ ਦੱਸੋ ਹਾਂ ਕੀ ਤਰੀਕਾ ਕਾਰ ਜੀ ਉਹਦੇ ਬਾਰੇ ਤੁਸੀਂ ਕੀ ਕੀਤਾ ਹੈ ਤੇ ਕਿਉਂ ਕੰਟਰੋਵਰਸੀ ਕ੍ਰੀਏਟ ਹੋਈ ਹੈ। ਅੱਛਾ, ਗੱਲ ਇਹ ਹੈ ਕਿ ਜਦੋਂ ਕੰਮ ਹੋ ਰਹੇ ਹੁੰਦੇ ਨੇ ਨਾ ਤੇ ਵਿੱਚ ਬਾਅਦ ਨਾਸਰ ਆਉਂਦੇ ਨੇ ਕਿ ਕਿਉਂ ਹੋ ਰਹੇ ਨੇ। ਸਹੀ ਹੈ, ਹਰ ਜਗ੍ਹਾ ਦੇ ਉੱਤੇ ਇਹ ਨਾਸਰ ਮੌਜੂਦ ਹੁੰਦੇ ਨੇ। ਤੇ ਗੱਲ ਇਹ ਹੈ ਜੀ ਕਿ ਅਲਹਮਦੁਲਿਲਾ ਸਾਡੇ ਜਿਹੜੇ ਪਿੰਡ ਦੇ ਤਰੱਕੀਆਂ ਦੀ ਕੰਮ ਨੇ ਨਾ ਉਹ ਜ਼ੋਰੋ ਸ਼ੋਰ ਨਾਲ ਚੱਲ ਰਹੇ ਨੇ। ਹਾਂ, ਤਜਾਵਜ਼ਾਤਾਂ ਵਿੱਚ ਆ ਗਈਆਂ ਸਨ, 3 ਤੋਂ 4 ਘਰ ਮੁਤਾਸਰ ਹੋਏ ਨੇ। ਲੋਕਾਂ ਦੇ ਅੱਗੇ ਪਰਸੈਪਸ਼ਨ ਇਹ ਚੱਲਦਾ ਪਿਆ ਕਿ ਸ਼ਾਇਦ ਪੂਰਾ ਦਾ ਪੂਰਾ ਪਿੰਡ ਢੱਠ ਗਿਆ, ਰੋਡ ਕੀ ਕਰਨੇ ਜੇ ਜਦੋਂ ਪਿੰਡ ਹੀ ਢਾਹ ਬੈਠੇ ਉਹਦੇ। ਲੇਕਿਨ 3-4 ਘਰ ਆਏ ਨੇ, ਉਹ ਵੀ ਖੁਦ ਵੀ ਐਕਸੈਪਟ ਕਰਦੇ ਨੇ ਕਿ ਇਹ ਘਰ ਜਿਹੜੇ ਨੇ ਉਹ ਬੇਸਿਕਲੀ ਅੱਡੇ ਦੇ ਉੱਤੇ ਬਣੇ ਸਨ ਨਾ। ਤੇ ਗਵਰਨਮੈਂਟ ਨੇ ਆਪਣੇ ਜਿਹੜੇ ਨਾ ਉਹ ਆਪਣਾ ਜਗ੍ਹਾ ਲਈ ਹੈ ਔਰ ਗਵਰਨਮੈਂਟ ਨੇ ਖੁਦ ਆਖਿਆ ਕਿ ਭਾਈ ਸਾਡੀ ਜਗ੍ਹਾ ਹੈ, ਇਸ ਵਾਸਤੇ ਅਸੀਂ ਇਹਨੂੰ ਲੈ ਰਹੇ ਹਾਂ, ਠੀਕ ਹੈ। ਲੇਕਿਨ ਵੇਖੋ ਘਰ ਇੱਕ ਵੀ ਹੈ ਨਾ, ਮੈਂ ਨਾ ਜਿਹੜਾ ਬਣੇ ਆ ਨਾ ਉਹਨੂੰ ਢੱਠਣਾ ਗਿਆ, ਉਹ ਜ਼ਰਾ ਕੋਈ ਦਿਲ ਨੂੰ ਤਕਲੀਫ ਹੁੰਦੀ ਹੈ ਕਿ ਕਿਉਂ ਢੱਠੇ ਉਹ। ਇਸ ਤੋਂ ਜ਼ਰਾ ਤੇ ਕੰਟਰੋਵਰਸੀ ਇਹ ਹੀ ਹੈ ਕਿ ਸ਼ਾਇਦ ਪਤਾ ਨਹੀਂ ਪੂਰਾ ਪਿੰਡ ਢੱਠ ਗਿਆ, ਐਸੀ ਕੋਈ ਗੱਲ ਨਹੀਂ। ਅਲਹਮਦੁਲਿਲਾ ਸਾਡੇ ਪਿੰਡ ਦੇ ਰੋਡਸ ਬਣ ਰਹੇ ਨੇ, ਸਾਡੇ ਪਿੰਡ ਦੀ ਸਟਰੀਟਸ ਲਾਈਟਸ ਸਾਰੀਆਂ ਲੱਗ ਗਈਆਂ ਨੇ। ਜਿਤਨੇ ਛੱਪੜ ਪਿਛਲੇ 30 ਸਾਲ ਤੋਂ ਨੇ ਸਨ ਸਾਫ਼ ਹੋਏ, ਉਹ ਸਾਰੇ ਸਾਫ਼ ਹੋ ਰਹੇ ਨੇ ਔਰ 10-10 ਫੁੱਟ ਡੂੰਘੇ ਸਾਫ਼ ਹੋ ਰਹੇ ਨੇ। 7 ਛੱਪੜ ਨੇ ਕਮ ਅਜ਼ ਕਮ। ਉਸ ਤੋਂ ਬਾਅਦ ਜਨਾਬੇ ਅਲੀ ਸਾਡੇ ਪਿੰਡ ਦਾ ਜਿਹੜਾ ਰਿੰਗ ਰੋਡ ਹੈ ਉਹ ਬਣਦਾ ਪਿਆ ਆਲਰੇਡੀ। ਪਿੰਡ ਦੀਆਂ ਗਰਾਊਂਡਸ ਆਲਰੇਡੀ ਬਣ ਚੁੱਕੀਆਂ ਨੇ, ਬੈਠਕਾਂ ਦਾਇਰੇ ਜਿਹੜੇ ਹੈ ਨੇ ਉਹ ਸਜ ਗਏ ਨੇ ਆਲਰੇਡੀ। ਇਹ ਚੀਜ਼ਾਂ ਸਾਰੀਆਂ ਹੋਈਆਂ ਨੇ ਨਾ ਅਲਹਮਦੁਲਿਲਾ, ਇੱਕ ਪੋਜ਼ਿਟਿਵ ਚੇਂਜ ਦੇ ਨਾਲ ਹੋਈਆਂ ਨੇ। ਔਰ ਮੈਂ ਸਮਝਦਾ ਨਹੀਂ ਬਲਕਿ ਮੈਨੂੰ ਇਹ ਇਤਲਾਹ ਵੀ ਦਿੱਤੀ ਗਈ ਹੈ ਕਿ ਤੁਹਾਡੀ ਇਸ ਵੀਡੀਓ ਦੇ ਤਵੱਸਤ ਦੇ ਨਾਲ ਨਾ ਮੈਡਮ CM ਸਾਹਿਬਾ ਨੇ ਪੂਰੇ ਪੰਜਾਬ ਦੀ ਸਫਾਈ ਦਾ ਮੈਕੈਨਿਜ਼ਮ ਚੇਂਜ ਕਰ ਦਿੱਤਾ ਹੈ। ਅੱਜ ਵੇਖੋ ਤੁਸੀਂ ਹਰ ਦੂਸਰੇ ਪਿੰਡ ਦੇ ਵਿੱਚ ਕਰੇਨਾਂ ਲੱਗੀਆਂ ਨੇ, ਮਸ਼ੀਨਾਂ ਲੱਗੀਆਂ ਨੇ, ਸਫਾਈ ਉਹ ਚੱਲਦੀ ਹੈ ਪਈ। ਉਹਦੀ ਰੀਜ਼ਨ ਇਹ ਵੇ ਕਿ ਉਹਨਾਂ ਨੇ ਆਖਿਆ ਕਿ ਉਹ ਹੁਣ ਖੁਦ ਨਿਗਰਾਨੀ ਕਰ ਰਹੇ ਨੇ ਪਿੰਡਾਂ ਦੀ ਸਫਾਈ ਦੇ ਹਵਾਲੇ ਦੇ ਨਾਲ। ਅੱਛਾ ਚੀਮਾ ਸਾਹਿਬ, ਇੱਕ ਹੋਰ ਗੱਲ ਸੁਣਨੀ ਚਾਹੀਏ। ਤੁਹਾਡੇ ਦੋਵਾਂ ਭਰਾਵਾਂ ਦੀ ਅਸੀਂ ਨਾ ਅਹਿਮਦ ਚੀਮਾ ਸਾਹਿਬ ਦੀ ਤੁਹਾਡੀ ਇੱਕ ਵੀਡੀਓ ਵੇਖੀ ਸੀ ਤੇ ਉਹਦੇ ਵਿੱਚ ਤੁਸੀਂ ਮਤਲਬ ਇਹ ਵੀ ਇੱਕ ਕੀਤਾ ਵੇ ਕਿ ਜਿਨ੍ਹਾਂ ਲੋਕਾਂ ਦੇ ਘਰ ਕੱਟੇ ਜਾਂ ਗਏ ਨੇ, ਜ਼ਾਹਰੀ ਗੱਲ ਤਜਾਵਜ਼ਾਤ ਨੇ, ਨਾ ਤੁਹਾਡਾ ਇਹਦੇ 'ਚ ਕੋਈ ਕਸੂਰ ਹੈ ਤੇ ਨਾ ਹੀ ਇਹਦੇ 'ਚ ਹੁਕੂਮਤ ਦਾ ਕਸੂਰ ਹੈ ਕਿਉਂਕਿ ਗਲਤ ਜਗ੍ਹਾ ਦੇ ਉੱਤੇ ਬੈਠੇ ਸਨ ਨਾ। ਲੇਕਿਨ ਫਿਰ ਵੀ ਤੁਸੀਂ ਉਹਦੇ ਵਿੱਚ ਸਾਰੇ ਪਿੰਡ ਨੇ ਕਿਤੇ ਰਲ ਕੇ ਤੇ ਆਖਿਆ ਕਿ ਉਹਨੂੰ ਵੀ ਅਸੀਂ ਮੈਨੇਜ ਕਰਨ ਦੀ ਕੋਸ਼ਿਸ਼ ਕਰਾਂਗੇ। ਉਹਦੇ ਬਾਰੇ 'ਚ ਵੀ ਦੱਸੋ ਜਰਾ। ਬਿਲਕੁਲ ਜੀ, ਇਹ ਵੇਖ ਕੇ 1-2 ਘਰ 4 ਘਰ ਢੱਠੇ ਨੇ ਜਿਹਦੇ 'ਚ 2 ਹਵੇਲੀਆਂ ਸਨ ਤੇ 2 ਦੁਕਾਨਾਂ ਵੀ ਨੇ ਤੇ 4 ਘਰ ਨੇ, ਇਹ ਟੋਟਲ ਇੰਨੇ ਜੀ ਨੇ। ਅੱਛਾ, ਹੁਣ ਗੱਲ ਇਹ ਹੋਈ ਹੈ ਕਿ ਸਾਡਾ ਦਿਲ, ਮੈਂ ਉਹ ਵਿੱਚ 2 ਐਸੇ ਘਰ ਮਜਬੂਰ ਸਨ। ਮੈਂ ਆਖਿਆ ਕਿ ਯਾਰਾ ਇਸ ਤਰ੍ਹਾਂ ਕਰੀਏ, ਕਮ ਅਜ਼ ਕਮ ਅਸੀਂ ਰਲ ਮਿਲ ਕੇ ਨਾ ਇਹਨਾਂ ਨੂੰ ਕੰਪਨਸੇਟ ਕਰੀਏ, ਇਹਨਾਂ ਦੀ ਜਿਤਨੀ ਹੈਲਪ ਹੋ ਸਕਦੀ ਹੈ ਉਹ ਕਰੀਏ। ਚਾਹੇ ਉਹ ਤਜਾਵਜ਼ਾਤਾਂ ਦੇ ਉੱਤੇ ਬੈਠੇ ਸਨ, ਡਜ਼ਨਟ ਮੈਟਰ, ਲੇਕਿਨ ਘਰ ਤੇ ਉਹਨਾਂ ਦਾ ਡਿੱਗਿਆ ਨਾ, ਹਕੂਮਤ ਨੇ ਡਗਾਇਆ। ਅੱਛਾ, ਹਕੂਮਤ ਦੇ ਅੱਗੇ ਰਿਕੁਐਸਟ ਵੀ ਕੀਤੀ ਕਿ ਆ ਜਿਹੜੇ ਤੁਸੀਂ ਘਰ ਸੁੱਟੇ ਨੇ ਇਹਨਾਂ ਨੂੰ ਤੁਸੀਂ ਕੋਈ ਥੋੜਾ ਬਹੁਤਾ ਇਹਨਾਂ ਦੀ ਇਮਦਾਦ ਕਰ ਦਿਓ। ਤੇ ਉਹਨਾਂ ਨੇ ਪਤਾ ਕਿ ਉਹਨਾਂ ਦਾ ਜਵਾਬ ਸੁਣਾ, ਆਖਿਆ ਸੀ ਕਿ ਸਾਡੀ ਗਵਰਨਮੈਂਟ ਦੀ ਜਗ੍ਹਾ ਹੈ, ਗਵਰਨਮੈਂਟ ਦੀ ਜਗ੍ਹਾ ਜਿਹੜੀ ਹੁੰਦੀ ਹੈ ਇਹਨੂੰ ਆਪਣੀ ਵਾਗਜ਼ਾਰ ਕਰਾਂਦੀ, ਕਾਹਦਾ ਕੰਪਨਸੇਟ ਤੁਹਾਨੂੰ ਕਰੀਏ, ਸਮਝਿਓ ਨਾ। ਆਂਦੇ ਨੇ ਹਾਂ, ਅਗਰ ਇੱਥੇ ਅਸੀਂ ਆਪਣਾ ਕੋਈ ਸਟਰਕਚਰ ਬਣਾਉਣਾ ਹੁੰਦਾ ਤੇ ਤੁਹਾਡੀ ਜਗ੍ਹਾ ਵਿੱਚ ਆ ਰਹੀ ਹੁੰਦੀ ਨਾ, ਫਿਰ ਅਸੀਂ ਤੁਹਾਨੂੰ ਪੇ ਕਰਦੇ, ਠੀਕ ਹੈ। ਤੇ ਜਦੋਂ ਗਵਰਨਮੈਂਟ ਦੀ ਜਗ੍ਹਾ ਹੋਵੇ ਨਾ ਉਹਦੇ ਵਿੱਚ ਫਿਰ ਗਵਰਨਮੈਂਟ ਕੰਪਨਸੇਟ ਨਹੀਂ ਕਰਦੀ। ਉਹਨਾਂ ਆਖਿਆ ਤੁਸੀਂ ਜਾ ਕੇ ਜੈਸਰ ਵਾਲਾ ਵੇਖੋ, ਸਾਰੇ ਦਾ ਸਾਰਾ ਅਸੀਂ ਫਰੰਟ ਜਿੰਨਾ ਹੈ ਸਾਰਾ ਛਾਂਗ ਛੜਿਆ, ਬਲਕਿ ਲੋਕਾਂ ਨੇ ਆਪ ਹੀ ਛਾਂਗ ਛੜਿਆ। ਅਸੀਂ ਇੱਕ ਹੀ ਵਾਰਨਿੰਗ ਦਿੱਤੀ ਹੈ ਨਾ, ਜਾਮਿਆ ਮਸਜਿਦ ਨੂਰ ਦੀ ਜਿਹੜੀ 2-3 ਮਰਲੇ ਜਿਹੜੀ ਜਗ੍ਹਾ ਆਈ ਹੈ ਉਹ ਸਾਰੀ ਦੀ ਸਾਰੀ ਅਸੀਂ ਗਿਰਾ ਕੇ ਅੱਗੋਂ ਦੁਬਾਰਾ ਰੈਨੋਵੇਟ ਕਰਵਾ ਰਹੇ ਹਾਂ। AC ਦਾ ਆਫਿਸ ਸਾਰੇ ਜਿਹੜੀ ਵਾਲ ਸਾਰੀ ਢਠਵਾ ਕੇ ਅਸੀਂ ਦੁਬਾਰਾ ਉਹਨੂੰ ਰੈਨੋਵੇਟ ਕਰਵਾਈਏ। ਉਹਨਾਂ ਆਖਿਆ ਜਿਤਨੇ ਜਾ ਕੇ ਲਾਹੌਰ ਵੇਖੋ, ਗੁਜਰਾਲੇ ਵੇਖੋ, ਅਸੀਂ ਤੁਹਾਡਾ ਪਿੰਡ ਨਹੀਂ ਨਿਰਾ। ਉਹਨੇ ਆਖਿਆ ਦੁਆਲੇ ਜਿਤਨੇ ਤੁਹਾਡੇ ਪਿੰਡ ਨੇ ਨਿਸ਼ਾਨ ਲਾ ਚੁੱਕੇ ਔਰ 1-1 ਮਹੀਨਾ ਪਹਿਲਾਂ ਦੇ ਲਾਏ ਨੇ ਔਰ ਇਹ ਕੰਮ ਹੋਣਾ ਹੀ ਹੋਣਾ ਹੈ। ਉਹਨਾਂ ਆਖਿਆ ਸਰਕਾਰ ਨੇ ਆਪਣੀ ਜਗ੍ਹਾ ਵੇਲੀ ਕਰਾਣੀ ਹੈ, ਤੁਹਾਡੇ ਪਿੰਡ ਮਿੱਤਰਾਂ ਦਾ ਹੁਣ ਨਾ ਵਾਰੀ ਆਉਂਦੀ, 15 ਦਿਨ ਬਾਅਦ ਆ ਜਾਣੀ ਸੀ।
ਆਉਣੀ ਤੇ ਹੈ ਹੀ ਸੀ। ਤੇ ਬਾਕੀ ਅਸੀਂ ਜਿਹੜਾ ਇਹ ਇਨੀਸ਼ੀਏਟਿਵ ਲਿਆ ਹੈ ਨਾ, ਉਹ ਜਿਹੜੇ ਚਾਹੁੰਦੇ ਇੱਕ ਮਾੜੇ ਹਜ਼ਰਾਤ ਸਨ ਨਾ, ਤੇ ਉਹਨਾਂ ਦੇ ਅੱਗੇ ਉਹਨਾਂ ਵਾਸਤੇ ਸਾਡਾ ਜ਼ਾਹਰ ਹਰ ਬੰਦੇ ਦੇ ਵਿੱਚ ਦਰਦ ਦਿਲ ਹੁੰਦਾ, ਔਰ ਮੈਂ ਸਮਝਦਾ ਵਾ ਜਿਤਨੇ ਸਾਡੇ ਪਿੰਡ ਦੇ ਵੀਡੀਓਜ਼ ਲਾ ਰਹੇ ਸਨ ਨਾ, ਉਹਨਾਂ ਦੇ ਸਾਰਿਆਂ ਦੇ ਦਿਲ ਦੇ ਵਿੱਚ ਦਰਦ ਦਿਲ ਹੋਏਗਾ, ਜ਼ਰੂਰ ਹੋਏਗਾ, ਔਰ ਉਹ ਸਭ ਤੋਂ ਅੱਗੇ ਆ ਕੇ ਮੇਰੇ ਨਾਲ ਅਗਲੀਆਂ ਸਭਾ ਦੇ ਵਿੱਚ ਖਲੋ ਕੇ ਉਹਨਾਂ ਦੀ ਹੈਲਪ ਕਰਨਗੇ ਇਨਸ਼ਾਅੱਲਾ, ਔਰ ਜ਼ਰੂਰ ਕਰਨਗੇ। ਮੈਂ ਅੱਗੇ ਆਪਣੇ ਆਪ ਨੂੰ ਇਹ ਇਨੀਸ਼ੀਏਟਿਵ ਲਿਆ, ਮੈਂ ਜੀ ਸਭ ਤੋਂ ਅੱਗੇ ਮੈਂ ਲੱਗਣਾ। ਮੈਂ ਇੰਨੇ ਦਿਨਾਂ ਤੁਸੀਂ ਵੀ ਆਓ ਸਾਰੇ, ਹੁਣ ਅੱਲਾ ਦੀ ਸਪੁਰਦ ਅੱਗੇ ਆਓ, ਇਹਨਾਂ ਦੀ ਹੈਲਪ ਕਰੀਏ, ਇਹਨਾਂ ਦਾ ਦੁਬਾਰਾ ਆਸ਼ੀਆਨਾ ਬਣਾਈਏ, ਜਿੰਨੇ ਜੋਗੇ ਵੀ ਐਵੇਂ ਕਮ ਅਜ਼ ਕਮ ਸਿਰ ਉਹਨਾਂ ਦਾ ਛੱਤ ਇਸ ਤਰ੍ਹਾਂ ਦੀ ਹੋਵੇ ਕਿ ਸਿਰ ਲਗਾ ਲੈਣਾ। ਅੱਛਾ ਚੀਮਾ ਸਾਹਿਬ, ਮੈਂ ਅੱਗੇ ਵੀ ਕਹਿੰਦਾ ਰਹਿਣਾ ਵਾਂ ਕਿ ਵੇਖੋ ਤੁਸੀਂ ਟਿਕਟੌਕ ਤੇ ਹੋ, ਮਾਸ਼ਾਅੱਲਾ ਫੇਮਸ ਹੋਏ ਹੋ, ਮਸ਼ਹੂਰ ਹੋਏ ਹੋ। ਅਗਰ ਤੁਸੀਂ ਆਵਾਜ਼ ਨਾ ਵੀ ਚੁੱਕਦੇ, ਤੁਸੀਂ ਤੇ ਫੇਮਸ ਹੋ ਨਾ, ਮਸ਼ਹੂਰ ਹੋ। ਕਈ ਲੋਕਾਂ ਦਾ ਕਹਿਣਾ ਆਇਆ ਸੀ ਕਿ ਸ਼ਾਇਦ ਵਿਊਜ਼ ਦੇ ਚੱਕਰ 'ਚ ਜਾ ਹੋਇਆ। ਵਿਊਜ਼ ਤੇ ਤੁਹਾਨੂੰ ਦੂਸਰੀਆਂ ਵੀਡੀਓ ਦੇ ਵਿੱਚ ਇਹਦੇ ਨਾਲੋਂ ਜ਼ਿਆਦਾ ਬਹੁਤੇ ਆਏ ਨੇ, ਤੇ ਮਾਸ਼ਾਅੱਲਾ ਮੈਂ ਤੁਹਾਨੂੰ ਦੱਸਦਾ ਜਾਵਾਂ, ਮੈਂ ਅੱਗੇ ਵੀ ਦੱਸਿਆ ਸੀ ਕਿ ਜਦੋਂ ਮੈਂ ਪਿਛਲੀ ਤੁਹਾਡੀ ਵਾਲਦਾ ਦਾ ਇੰਟਰਵਿਊ ਕਰਨ ਆਇਆ ਸਾਂ, ਤੇ ਮੈਂ ਇੱਥੇ ਆ ਕੇ ਵੇਖਿਆ ਸੀ, ਤੇ ਮੈਨੂੰ ਪਤਾ ਮੈਂ ਬੜਾ ਔਖਾ ਆਇਆ ਸਾਂ। ਮੈਂ ਨਾ ਮਿੱਤਰਾਂ ਵਾਲੀ ਦਾ ਨਾਂ ਨਹੀਂ ਸੀ ਪਤਾ ਹੈ ਕਿਸੇ ਨੇ ਕਿੱਥੇ ਵੇ ਮਿੱਤਰਾਂ ਵਾਲੀ, ਪਤਾ ਚੱਲਿਆ ਜੀ ਬਈ ਸਮੜਿਆਲ ਦਾ ਇਲਾਕਾ ਵੇ, ਇੱਥੇ ਹੀ ਮਿੱਤਰਾਂ ਵਾਲੀ ਹੈ। ਅੱਜ ਵੇਖਿਆ ਜਾਏ ਤੇ ਇੰਟਰਨੈਸ਼ਨਲ ਲੈਵਲ ਤੇ ਵੇਖਿਆ ਜਾਂਦਾ ਪਿਆ ਜੀ, ਮਿੱਤਰਾਂ ਵਾਲੀ ਪਿੰਡ ਦਾ ਨਾਂ ਲਿਆ ਜਾਂਦਾ ਪਿਆ, ਤੇ ਬੜੀ ਚੰਗੀ ਗੱਲ ਹੈ, ਸਾਡਾ ਤੇ ਦਿਲ ਬੜਾ ਖੁਸ਼ ਹੁੰਦਾ ਵੇ। ਤੇ ਇੱਕ ਹੋਰ ਸਾਨੂੰ ਗੱਲ ਦੱਸਦੇ ਜਾਓ ਕਿ ਮਿਸਟਰ ਪਤਲੂ ਦੇ ਤੁਸੀਂ ਗਏ ਹੋ ਆਪਣਾ ਸ਼ੋਅ ਦੇ ਉੱਤੇ, ਤੇ ਬੜੇ ਲੋਕ ਵਿਚਾਰੇ ਜਾਣਾ ਵੀ ਚਾਹੁੰਦੇ ਨੇ, ਤੇ ਸ਼ੋਅ ਅੱਛਾ ਵੀ ਹੈ ਵੇ, ਉਹਦਾ ਵੀ ਥੋੜਾ ਤਰੀਕਾ ਕਰ ਦੱਸੋ, ਕੈਸਾ ਸ਼ੋਅ ਸੀ, ਤੇ ਨਾਲੇ ਉਹ ਲੋਕਾਂ ਨੂੰ ਉਹਦੇ ਪਾਸ ਵਗੈਰਾ ਕਿੱਥੋਂ ਮਿਲ ਸਕਦੇ ਨੇ, ਬੰਦਾ ਕਿਵੇਂ ਜੁਆਇਨ ਕਰ ਸਕਦਾ ਵੇ? ਸਭ ਤੋਂ ਪਹਿਲੇ ਤੇ ਗੱਲ ਤੁਹਾਨੂੰ ਕੁਐਸਚਨ ਕੀਤਾ ਵਿਊਜ਼ ਦੇ ਬਾਰੇ ਦੇ ਵਿੱਚ ਨਾ। ਅੱਛਾ, ਇਹ ਮਸਲਾ ਇਹ ਵੀ ਕਿ ਵਿਊਜ਼ ਦੀ ਗੱਲ ਜਿਹੜੀ ਹੈ ਨਾ, ਇਹ ਜਿਹੜੇ ਨਾਂ ਲੈ ਰਹੇ ਹੁੰਦੇ ਨੇ ਨਾ, ਤੁਸੀਂ ਅਗਰ ਉਹਨਾਂ ਦੇ ਵਿਊਜ਼ ਵੇਖੋ ਨਾ, ਤੇ 50-50 100-100 ਵਿਊਜ਼ ਹੁੰਦਾ ਪਿਛਲੀਆਂ ਵੀਡੀਓ ਤੇ ਜਦੋਂ ਵਿੱਕੀ ਚੀਮਾ ਦਾ ਨਾਂ ਲੈ ਕੇ ਅਗਲੇ ਵੀਡੀਓ ਬਣਾਉਣੇ ਸ਼ੁਰੂ ਕਰਦੇ ਨੇ, ਉਹਦੇ ਚ 2-2 4-4 ਲੱਖ ਵਿਊਜ਼ ਆਏ ਹੁੰਦੇ ਨੇ। ਅੱਛਾ, ਇਹਦੇ ਵਿੱਚ ਦੋ ਚੀਜ਼ਾਂ ਨੇ, ਅਗਰ ਤੁਸੀਂ ਨੈਗੇਟਿਵ ਗੱਲ ਕਰਦੇ ਹੋ ਫਿਰ ਵੀ ਵਿਊਜ਼ ਮਿਲ ਜਾਂਦੇ ਨੇ, ਕਿਉਂਕਿ ਨਾਂ ਸਭ ਤੋਂ ਪਹਿਲਾਂ ਤੁਸੀਂ ਲੈ ਕੇ ਸ਼ੁਰੂ ਕਰ ਛੱਡਦੇ। ਜੇ ਪੋਜ਼ਿਟਿਵ ਕਰਦੇ ਹੋ ਫਿਰ ਵੀ ਗੱਲ ਮੈਂ ਕਰਨਾ ਇਹ ਚਾਹ ਰਿਹਾ ਕਿ ਤੁਸੀਂ ਪੋਜ਼ਿਟਿਵ ਹੀ ਕਰ ਲਓ। ਹਾਂ, ਜੇ ਵਿਊਜ਼ ਹੀ ਲੈਣੇ ਨੇ ਤੇ ਫਿਰ ਪੋਜ਼ਿਟਿਵ ਕਰ ਲਓ, ਮੈਂ ਗਰੰਟੀ ਨਾਲ ਆਣਾ ਪੈਣਗੇ ਫਿਰ ਵੀ ਵਿਊ। ਤੁਸੀਂ ਪਿੰਡ ਮਿੱਤਰਾਂ ਵਾਲੀ ਦਾ ਨਾਂ ਲਿਖ ਕੇ ਨਾ ਵੀਡੀਓ ਤੇ ਅੱਜ ਵੀ ਪੋਸਟ ਕਰੋ, ਮੈਂ ਤੁਹਾਨੂੰ ਗਰੰਟੀ ਨਾਲ ਆਣਾ ਵੀਡੀਓ ਫਾਰੀਓ ਤੇ ਜਾਏਗੀ। ਅਲਹਮਦੁਲਿਲਾ ਸਾਡਾ ਪਿੰਡ ਇੰਨਾ ਕੁ ਫਾਰੀਓ ਦੇ ਤੇ ਚੱਲ ਰਿਹਾ। ਤੇ ਗੱਲ ਇਹ ਵੇ ਕਿ ਇਹ ਗੱਲ ਸੀ ਵਿਊਜ਼ ਦੀ। ਅਲਹਮਦੁਲਿਲਾ ਸਾਡਾ ਜਿਹੜਾ ਨਾ, ਮੈਂ ਆਪਣੇ ਆਪ ਨੂੰ ਕਦੀ ਨਹੀਂ ਆਖਿਆ ਕਿ ਅਸੀਂ ਬੜੇ ਫੇਮਸ ਹਾਂ। ਅਸੀਂ ਭਾਈ ਡਾਊਨ ਟੂ ਅਰਥ ਲੋਕ ਹਾਂ, ਬਸ ਜਿੰਨੇ ਜੋਗੇ ਆਵਾਂ ਗੁਜ਼ਾਰਾ ਪਏਗਾ। ਅਸੀਂ ਇਦੋਂ ਮਜ਼ੀਦ ਫੇਮਸ ਹੋਣਾ ਵੀ ਨਹੀਂ ਚਾਹੁੰਦੇ, ਕਿਉਂਕਿ ਜਿੰਨੇ ਚੋਖੇ ਹੋਵਾਂਗੇ ਨਾ ਉਨੀਆਂ ਚੋਖੀਆਂ ਗਾਲਾਂ ਵੀ ਪੈਂਦੀਆਂ ਨੇ, ਇਸ ਵਾਸਤੇ ਜਿੰਨੇ ਕੋ ਆਵਾਂ ਇੰਨੇ ਬੜੇ ਆ। ਦੂਜੀ ਗੱਲ ਇਹ ਵੇ, ਮਿਸਟਰ ਪਤਲੂ ਦੇ ਸ਼ੋਅ ਤੇ ਬਿਲਕੁਲ ਗਏ ਸਾਂ, ਭਾਈ ਇਹ ਸਾਡਾ ਇਨਵਾਈਟ ਕੀਤਾ ਸੀ ਉਹਨਾਂ ਨੇ ਸਾਨੂੰ, ਅਸੀਂ ਗਏ ਹਾਂ। ਔਰ ਇੱਕ ਚੀਜ਼ ਜਿਹੜੀ ਮੈਂ ਨੋਟ ਕੀਤੀ ਹੈ ਨਾ ਉਹਦੇ ਪ੍ਰੋਗਰਾਮ ਦੇ ਵਿੱਚ, ਉਹਦੇ ਵਿੱਚ 99.9% ਉਹ ਲੋਕ ਸਨ ਜਿਹੜੇ ਬਿਲਕੁਲ ਹੱਕਦਾਰ ਸਨ, ਡਿਜ਼ਰਵਿੰਗ ਸਨ, ਗਰੀਬ ਸਨ। ਉਹ ਬੰਦਿਆਂ ਨੂੰ ਉਹਨਾਂ ਨੇ, ਉਹਦਾ ਮੈਨੂੰ ਨਹੀਂ ਅਜੇ ਤੱਕ ਪਤਾ ਲੱਗਾ ਕਿ ਉਹ ਕਿਸ ਉਹਨਾਂ ਨੇ ਮੈਕੈਨਿਜ਼ਮ ਬਣਾਇਆ, ਕਿਉਂਕਿ ਉਂਝ ਤੇ ਪਾਸ ਤੇ ਕੋਈ ਵੀ ਖਰੀਦ ਸਕਦਾ, ਸਹੀ ਹੈ। ਉਹਨਾਂ ਨੇ ਬਕਾਇਦਾ ਖੁਦ ਇੱਕ ਟੀਮ ਬਣਾਈ ਹੈ, ਜਿਹੜੇ ਸਰਟਨਸ ਜਿਹੜੀ ਫੈਮਲੀਜ਼ ਨੂੰ ਅਪਰੋਚ ਕਰਦੇ ਨੇ ਉਹਨਾਂ। ਅੱਛਾ ਚੀਮਾ ਸਾਹਿਬ, ਸਾਨੂੰ ਇੱਕ ਹੋਰ ਗੱਲ ਦੱਸੋ ਕਿ ਇਹ ਮਾਸ਼ਾਅੱਲਾ ਏਸੀ ਇੱਥੇ ਵੇਖਿਆ, ਮੈਂ ਅੱਗੇ ਵੀ ਬੜਿਆਂ ਜਿਹੜੇ ਮੀਡੀਆ ਇਨਫਲੂਐਂਸਰ ਨੇ ਇੰਟਰਵਿਊ ਕੀਤੇ ਨੇ, ਤੇ ਇਹ ਲਾਮਡੋਰ ਲੱਗੀ ਦੀ ਇਹ ਪੈਸੇ ਦਿੰਦੇ ਹੋ ਪਏ, ਪੈਸੇ ਮੰਗਣ ਵਾਲੇ ਨਹੀਂ ਆਉਂਦੇ ਨੇ, ਉਹ ਕਿਵੇਂ ਕੰਮ ਚਲਾਉਂਦੇ ਪਏ? ਫਿਰ ਮੈਂ ਵੇਖਿਆ ਚੀਮਾ ਸਾਹਿਬ ਨੇ ਆਖਿਆ ਆਪਣੇ ਵੱਡੇ ਭਾਈ ਨੂੰ, ਯਾਰ ਦਿਓ 1000 ਰੁਪਇਆ, ਵਿਚਾਰੇ ਖਲੋਤੇ ਨੇ ਬਾਹਰ, ਇਹ ਕਿੰਨੇ ਗੁਜ਼ਾਰ ਰੱਖੇ ਜੇ, ਕਿਵੇਂ ਪੂਰੇ ਕਰਦੇ ਹੋ? ਯਕੀਨ ਕਰਕੇ ਮੰਨੋ ਕਿ ਦਿਲ ਬੜਾ ਡਰਦਾ ਹੈ। ਅੱਲਾਹ ਪਾਕ ਆਸਾਨੀਆਂ ਫਰਮਾਏ। ਇਸ ਵਕਤ ਦੇ ਵਿੱਚ ਨਾ ਯਕੀਨ ਕਰੋ, ਗਰੀਬ ਜਿਹੜਾ ਹੈ ਨਾ, ਜਿਹੜਾ ਅਸਲ ਗਰੀਬ ਹੱਕਦਾਰ ਹੈ ਨਾ, ਉਹਦੇ ਤੱਕ ਹੱਕ ਪਹੁੰਚਦਾ ਹੀ ਨਹੀਂ ਪਿਆ। ਲੋਕੀ ਉਂਝ ਹੀ ਜਿਹੜਾ ਨਾ ਖੋ ਖਾ ਕੇ ਤੇ ਖਾਈ ਜਾਂਦੇ ਨੇ ਬਈ। ਯਕੀਨ ਕਰੋ, ਰਾਸ਼ਨ ਵੰਡਿਆ ਨਾ ਤੇ ਉਹਨਾਂ ਦਾ ਦਿਲ ਇਹ ਸੀ, ਇੱਥੋਂ ਲੈਂਦੇ ਸਨ 7-8-10 ਹਜ਼ਾਰ ਦਾ ਪੈਕੇਜ ਸੀ, ਜਾ ਕੇ 3000 ਦਾ ਵੇਚ ਕੇ ਤੇ ਕੈਸ਼ ਜੇਬ ਚ ਪਾ ਲੈਂਦੇ ਨੇ। ਇਸ ਤਰ੍ਹਾਂ ਦੇ ਮਾਮਲਾਤ ਪੇ ਚੱਲਦੇ ਨੇ, ਯਕੀਨ ਕਰੋ। ਫਿਰ ਅਸਾਂ ਡਿਸਾਈਡ ਕੀਤਾ ਕਿ ਰਾਤ ਦੀ ਤਾਰੀਕੀ ਦੇ ਵਿੱਚ ਜਨਾਬੇ ਵਾਲੀ ਪੈਕੇਜ ਬਣਾਏ ਜਾਣ, ਬਣਾ ਕੇ ਤੇ ਲੋਕਾਂ ਦੇ ਘਰਾਂ ਦੇ ਵਿੱਚ ਪਹੁੰਚਾ ਦਿੱਤੇ ਜਾਣ, ਔਰ ਇੰਝ ਹੀ ਕੀਤਾ। ਅਲਹਮਦੁਲਿਲਾ ਸਕੂਨ ਹੈ ਸਾਨੂੰ। ਤੇ ਲੋਕੀ ਡੇਲੀ ਦਾ ਕੁਝ ਨਹੀਂ ਤਾਂ 100-200 ਬੰਦਾ ਆਉਂਦਾ ਹੈ ਜਿਹੜਾ ਆ ਕੇ ਤੇ ਤਲੀ ਕਰਦਾ। 500 1000 2000 ਵੀ ਦਿਓ ਨਾ, ਸ਼ਾਮ ਨੂੰ 1,00,000 2 ਲੱਖ ਬਣ ਜਾਂਦਾ। ਤੇ ਮੈਨੂੰ ਭਾਰ ਹੀ ਆਂਦੇ ਨੇ, ਯਾਰਾ ਚੈੱਕ ਕਰੋ ਕਿਤੇ ਹੋਰ ਵੀ ਟਿਕਟਕਰ ਘਰ ਇੰਨਾ ਰਸ਼ ਲੱਗਾ ਹੁੰਦਾ ਕਿ ਮੇਰਾ ਸਾਡੇ ਬੂਹੇ ਕੀ ਇੰਨਾ ਹੁੰਦਾ ਹੈ। ਮੈਂ ਕਿਹਾ ਭਾਜੀ ਇਹ ਹਰ ਥਾਂ ਦੇ ਉੱਤੇ ਉਹ ਜੀ ਭਾ ਐਮ ਚੀਮਾ ਸਾਹਿਬ ਹਾਓ ਸਾਡੇ, ਉਹ ਮਾਸ਼ਾਅੱਲਾ ਜਨਾਬ ਇਹਨਾਂ ਨੇ ਪੇਮੈਂਟ ਕੀਤੀ ਜੇ, ਸਾਡੇ ਸਾਹਮਣੇ ਕੀਤੀ ਜੇ ਪੇਮੈਂਟ। ਤੇ ਅੱਗੇ ਅਸੀਂ ਜਦੋਂ ਆਏ ਆ ਨਾ ਚੀਮਾ ਸਾਹਿਬ, ਤੇ ਹਾਂ ਵੇਖਿਆ ਕਿ ਯਾਰ ਇਹ ਫੈਨ ਫੋਲੋਇੰਗ ਏ, ਧੀਆਂ ਸਾਰੇ ਹੀ ਮਤਲਬ ਹੋਰ ਵੀ ਬੰਦੇ ਨੇ, ਤੇ ਵਿੱਚੋਂ ਮੰਗਣ ਵਾਲੇ ਬਹੁਤੇ ਸਨ। ਅੱਛਾ, ਮਿਲਣ ਵਾਲੇ ਵੀ ਬਹੁਤ ਹੁੰਦੇ ਨੇ। ਵੇਖੋ ਨਾ, 1000 ਬੰਦਾ ਜੇ ਮਿਲਣ ਵਾਲਾ ਆਇਆ ਨਾ, ਵਿੱਚੋਂ ਕੋਈ 200 ਮੰਗਣ ਵਾਲਾ ਵੀ ਹੁੰਦਾ ਹੈ, ਰਿਕੁਐਸਟ ਕਰਦੇ ਨੇ, ਔਰ ਫਿਰ ਐਸੀ ਮਜਬੂਰੀ ਦੱਸਦੇ ਨੇ। ਕੋਈ ਆਂਦਾ ਮੇਰੀ ਬੇਟੀ ਦੀ ਸ਼ਾਦੀ ਕਰਾ ਦਿਓ,
ਕੋਈ ਆਂਦਾ ਮੇਰਾ ਕਾਰੋਬਾਰ ਬਣਾ ਦਿਓ, ਕੋਈ ਆਂਦਾ ਮਤਲਬ ਮੇਰੇ ਬੱਚੇ ਨੂੰ ਸਟੱਡੀ ਕਰਵਾ ਦਿਓ, ਕੋਈ ਆਂਦਾ ਮੇਰੇ ਬੱਚੇ ਨੂੰ ਬਾਹਰ ਲੈ ਜਾਓ। ਮਤਲਬ ਕੋਈ ਵੀ ਡਿਮਾਂਡਾਂ 500,000 ਵਾਲੀਆਂ ਤੇ ਹੈ ਹੀ ਨੇ, ਲੇਕਿਨ ਚੋਖੀਆਂ ਡਿਮਾਂਡਾਂ 10 15 20 ਲੱਖ ਤੋਂ ਉੱਤੇ ਨੇ। ਹੁਣ ਮੈਨੂੰ ਇਹ ਦੱਸੋ ਹੁਣ ਉੱਥੇ ਬੰਦਾ ਕੀ ਕਰੇ? ਚੀਮਾ ਸਾਹਿਬ ਇੰਜ ਤੇ ਖੂਹ ਖਾਲੀ ਹੋ ਜਾਂਦਾ ਵੇ। ਮੈਂ ਇਹ ਰਿਕੁਐਸਟ ਕਰਨਾ ਉਹਨਾਂ ਦੇ ਅੱਗੇ, ਰਿਕੁਐਸਟ ਕਰਨਾ ਕਿ ਮਿਹਰਬਾਨੀ ਕਰੋ, ਅਸੀਂ 2 4 5,000 ਦੀ ਤਾਂ ਚਲੋ ਸਪੋਰਟ ਬੰਦਾ ਕਿਸੇ ਦੀ ਕਰ ਦਿੰਦਾ, ਕਿਉਂਕਿ ਡੇਲੀ ਦੇ 500,000 100 200 ਬੰਦਾ ਆਉਣਾ ਹੁੰਦਾ। ਹੁਣ ਅਸੀਂ 15 20 ਲੱਖ ਦੀ ਕਿੱਥੋਂ ਕਰੀਏ ਕਿਸੇ ਦੀ? ਅੱਲਾ ਭਾਈ ਇੰਨਾ ਦੇ ਸਾਨੂੰ ਕਿ ਅਸੀਂ 15 20 ਲੱਖ ਵੀ ਜੀਆਂ ਦੇ ਵਿੱਚ ਵੱਡੀਏ। ਦੇਖੋ ਜੀ ਜੱਟ ਵਾਇਰਲ ਹੋਏ ਨੇ ਤੇ ਪਤਾ ਲੱਗਦਾ ਪਿਆ ਹਾਂ ਪੈਸੇ ਦੇਈ ਜਾਂਦੇ ਨੇ ਪਏ। ਵੇਖ ਕੇ ਚੀਮਾ ਸਾਹਿਬ ਇਹ ਤੁਹਾਡੀ ਵੀਡੀਓ ਵੇਖ ਕੇ ਹੋਰ ਜੀਆਂ ਨੇ ਆ ਜਾਣਾ, ਖੁਦਾ ਦਾ ਨਾਂ ਜੇ। ਉਹ ਭਾਈ ਅਸੀਂ ਆਨੇ ਜਿਹੜਾ ਹੱਕਦਾਰ ਹੈ ਨਾ, ਜ਼ਰੂਰਤਮੰਦ ਜਿਹੜਾ ਹੋਵੇ ਨਾ, ਉਹਦੇ ਤੱਕ ਪਹੁੰਚਣੀ ਚਾਹੀਦੀ ਹੈ। ਕੋਈ ਡੋਨੇਸ਼ਨ ਵਾਲਾ ਵੀ ਜਿਹੜਾ ਕੋਈ ਦੇਣਾ ਚਾਹੁੰਦੇ ਨੇ ਪੈਸੇ, ਉਹ ਵੀ ਕਿਤੇ ਮੁੱਠੇ ਇੱਕ ਤਰੀਕੇ ਦੇ ਨਾਲ ਤੁਹਾਡੇ ਤੱਕ ਪਹੁੰਚਾਉਣ, ਕਿਉਂਕਿ ਦੁਨੀਆ ਤੁਹਾਡੇ ਤੋਂ ਮੁੱਠੇ ਇਹ ਤੇ ਮੈਂ ਆਨਾ ਵਾਂ ਕਿ ਜਦੋਂ ਹੱਥ ਦੇਣ ਵਾਲੇ ਚੌਕੇ, ਜਦੋਂ ਲੈਣ ਵਾਲੇ ਚੌਖੇ ਹੁੰਦੇ ਨੇ ਨਾ, ਫਿਰ ਪਿੱਛੇ ਦੇਣ ਵਾਲੇ ਵੀ ਚੌਖੇ ਹੋਣੇ ਚਾਹੀਦੇ ਨੇ। ਫਿਰ ਬਾਹਾਂ ਜਦੋਂ ਚੌਖੀਆਂ ਹੋਣ ਨਾ, ਫਿਰ ਅੱਗੋਂ ਹੈਲਪ ਵੀ ਬੰਦਾ ਚੌਖਿਆਂ। ਇੱਕ ਬੰਦਾ ਕਿੰਨੀ ਕੁ ਕਿਸੇ ਦੀ ਮਦਦ ਕਰ ਸਕਦਾ? ਮੈਂ ਅੱਲਾ ਜਾਣਦਾ ਵੀ ਇਹ ਚੀਜ਼ ਵੇਖ ਕੇ ਨਾ ਹੈਰਾਨ ਰਹਿ ਗਿਆ। ਮੈਂ ਕਿ ਚੀਮਾ ਸਾਹਿਬ ਨੇ ਆਖਿਆ ਦਿਓ 1000 ਰੁਪਏ ਯਾਰ ਵਿਚਾਰੇ ਖਲੋਤੇ ਨੇ, ਤੇ ਯਕੀਨ ਕਰੋ ਇੱਕ ਜੈਨੂਇਨ ਗੱਲ ਹੈ। ਤੇ ਜਿਹੜਾ ਭਰਾ ਕਿਸੇ ਤੱਕ ਪਹੁੰਚਾਉਣਾ ਚਾਹੁੰਦਾ ਵਸਾਦਤ ਤੇ ਚੀਮਾ ਸਾਹਿਬ ਪਹੁੰਚਾ ਸਕਦਾ ਹੈ। ਤੇ ਜਨਾਬ ਅੱਜ ਚੀਮਾ ਸਾਹਿਬ ਨਾਲ ਗੱਲ ਕਰਕੇ ਨਾ ਤੇ ਬੜਾ ਮਜ਼ਾ ਆਇਆ। ਅੱਜ ਸਾਡੀ ਮਾਂ ਸਾਹਿਬ ਨਾਲ ਗੱਲ ਨਹੀਂ ਹੋਈ ਹੈ, ਲੇਕਿਨ ਚਲੋ ਹੁਣ ਅਸੀਂ ਤੁਹਾਨੂੰ ਉਹ ਵੀ ਜਿਹੜੇ ਤਰੱਕੀਆਂ ਦੇ ਕੰਮ ਹੋਏ ਨੇ ਨਾ ਉਧਰ ਲੈ ਕੇ ਜਾਂਦੇ, ਉਹ ਵੀ ਵਹਾਨੇ ਆ ਜੀ। ਠੀਕ ਹੈ, ਅਸੀਂ ਨਾ ਚੀਮਾ ਸਾਹਿਬ ਨੂੰ ਉਹ ਵੀ ਵਿਜ਼ਿਟ ਕਰਨੇ ਆ, ਤੇ ਇਨਸ਼ਾਅੱਲਾ ਸਾਨੂੰ ਤੇ ਚੀਮਾ ਸਾਹਿਬ ਨੂੰ ਆਪਣੀਆਂ ਦੁਆਵਾਂ 'ਚ ਯਾਦ ਰੱਖਿਓ। ਜਜ਼ਾਕ ਅੱਲਾ।